Hello students, welcome to all of you on this channel. So we are discussing about the chapter that is liquid state, and our today's topic of discussion is structure of liquids. So as you all know that the liquid occupy an intermediate position between a complete disorder of gases and perfectly ordered arrangement of solid. इट मीनस लिक्विड स्टेट हैगी है ਜਿਹੜੀ ਉਹ ਸੋਲਿਡ ਤੇ ਗੈਸ ਦੇ ਇੰਟਰਮੀਡੀਏਟ ਉਹਦਾ ਜਿਹੜਾ ਬਿਹੇਵੀਅਰ ਹੋਊਗਾ ਇਹ ਆਪਾਂ ਕੰਪਲੀਟਲੀ ਇਹਦਾ ਸਟੱਡੀ ਕਰ ਲਿਆ ਸੀ ਕਿ ਇਦਾਂ ਕਿਉਂ ਹੁੰਦਾ। ਹੁਣ ਕੀ ਆ, ਹੁਣ ਆਪਾਂ ਨੂੰ ਕੁਝ ਅਪਰੋਚਸ ਦੀ ਹੈਲਪ ਦੇ ਨਾਲ ਆਪਾਂ ਦੱਸ ਸਕਦੇ ਹਾਂ ਕਿ ਲਿਕੁਇਡ ਦੀ ਸਟਰਕਚਰ ਕੀ ਹੋਏਗੀ। ਸੋ ਇਸ ਦੇ ਵਿੱਚ ਫਰਸਟ ਹੈਗਾ ਵੋਲਿਊਮ ਚੇਂਜ ਔਨ ਫਿਊਜ਼ਨ ਐਂਡ ਵੈਪੋਰਾਈਜੇਸ਼ਨ। ਫਿਊਜ਼ਨ ਇਜ਼ that process in which solid melts, and vaporization is that process in which liquid converts into vaporization. So ਇਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਕੋਈ ਵੀ ਪਿਓਰ ਸੋਲਿਡ ਮੈਲਟ ਹੁੰਦਾ ਤਾਂ ਉਸ ਦੇ ਵਿੱਚ ਜਿਹੜਾ ਇੰਕਰੀਜ਼ ਇਨ ਵੋਲਿਊਮ ਹੁੰਦਾ it is only about 1%, which is much smaller than increase in volume which takes place when liquid changes into vapors at the boiling point, which is about 10 to 100 times. ਇਹਦਾ ਮਤਲਬ ਕੀ ਆ ਕਿ ਜਦੋਂ ਸੋਲਿਡ ਮੈਲਟ ਹੁੰਦਾ ਮੀਨਸ ਜਦੋਂ ਸੋਲਿਡ ਲਿਕਵਿਡ ਦੇ ਵਿੱਚ ਕਨਵਰਟ ਹੁੰਦੀ ਆ ਉਸ ਟਾਈਮ ਜਿਹੜਾ ਉਹਦਾ ਇਨੀਸ਼ੀਅਲ ਵੋਲਿਊਮ ਹੈ ਤੇ ਫਾਈਨਲ ਵੋਲਿਊਮ ਕੀ ਆ। ਅਗਰ ਇਨੀਸ਼ੀਅਲ ਵੋਲਿਊਮ 100 ml ਹੈ ਤਾਂ ਫਾਈਨਲ ਵੋਲਿਊਮ ਦਾ ਦੇ ਵਿੱਚ ਕਿੰਨਾ ਇੰਕਰੀਜ਼ ਹੋਊਗਾ, ਸਿਰਫ 1%। ਇਹਦਾ 1% ਕਿੰਨਾ ਹੋਊਗਾ, 1 ml। ਤਾਂ ਇਹਦਾ ਫਾਈਨਲ ਜਿਹੜਾ ਵੋਲਿਊਮ ਹੋਊਗਾ ਉਹਦੇ ਵਿੱਚ ਕਿੰਨਾ ਚੇਂਜ ਹੋਊਗਾ, 1%। ਮੀਨਸ ਇੰਨਾ ਕੁ ਵੋਲਿਊਮ ਕੀ ਹੋਊਗਾ, ਚੇਂਜ ਹੋਊਗਾ। ਔਰ ਵੋਲਿਊਮ ਚੇਂਜ ਕਿਹੜਾ ਹੋ ਰਿਹਾ, ਇੰਕਰੀਜ਼ ਹੋ ਰਿਹਾ ਉੱਥੇ ਉਹਦੀ ਅਮਾਉਂਟ। ਬਟ ਜਦੋਂ ਉਹਦਾ ਵੋਲਿਊਮ ਚੇਂਜ ਹੁੰਦਾ ਇਨ ਗੋਇੰਗ ਫਰੋਮ ਲਿਕੁਇਡ ਟੂ ਵੈਪਰਸ ਤਾਂ ਕਿੰਨਾ ਜ਼ਿਆਦਾ ਹੁੰਦਾ, 100 to 1000 ਟਾਈਮਸ ਜ਼ਿਆਦਾ। ਮੀਨਸ ਅਗਰ ਇੱਥੇ 100 ਹੈ ਤਾਂ ਇੱਥੇ 200 ਵੀ ਹੋ ਸਕਦਾ, ਜਾਂ ਕੁਝ ਪਾਰਟਿਕੂਲਰ ਲਿਕੁਇਡ ਦੇ ਵਿੱਚ ਅਗਰ ਇੱਥੇ 100 ਹੈ ਤਾਂ ਇੱਥੇ ਕੀ ਹੋ ਸਕਦਾ, 1000 ਵੀ ਹੋ ਸਕਦਾ। So conclusion of this topic is this, that increase in volume is only about 1%, which is much smaller than the increase in volume which takes place when a liquid changes into vapors. So ਇਸ ਕਰਕੇ ਇਹਦੇ conclusion ਤੋਂ ਇਹ ਨਿਕਲ ਰਿਹਾ ਕਿ ਜਿਹੜਾ solid ਹੈਗਾ ਉਹਦੇ ਵਿੱਚ ਜਿਹੜੇ constituent particles ਨੇ ਉਹ perfectly arranged ਹੁੰਦੇ ਨੇ, ਉਹਨਾਂ ਦਾ ਇੱਕ perfect order ਹੁੰਦਾ। ਇਸ ਕਰਕੇ ਜਿਹੜਾ small increase in volume ਹੁੰਦਾ ਜਦੋਂ ਆਪਾਂ ਉਹਨੂੰ melt ਕਰਦੇ ਆ ਤਾਂ ਇਹਦੇ ਵਿੱਚ ਕੀ ਹੁੰਦਾ, ਜਦੋਂ ਸੋਲਿਡ ਤੋਂ ਲਿਕਵਿਡ ਦੇ ਵਿੱਚ ਕਨਵਰਟ ਹੁੰਦਾ ਹੁਣ ਇੱਥੇ ਪਰਫੈਕਟਲੀ ਆਰਡਰ ਹੈਗਾ, ਬਟ ਜਦੋਂ ਦਾ ਵੋਲਿਊਮ ਇਧਰ ਇੰਕਰੀਜ਼ ਹੋਊਗਾ ਤਾਂ ਇਹਦਾ ਮਤਲਬ ਉੱਥੇ ਕੀ ਆ, ਸਮ ਡਿਸਆਰਡਰ ਹੈਜ਼ ਬੀਨ ਇੰਟਰੋਡਿਊਸਡ। ਡਿਸਆਰਡਰ ਦਾ ਮਤਲਬ ਕੀ ਆ, ਉੱਥੇ ਪਾਰਟੀਕਲਸ ਕੀ ਹੋ ਜਾਣਗੇ, ਇੱਥੇ ਪਰਫੈਕਟਲੀ ਨੇ ਨੇੜੇ ਨੇੜੇ ਨੇ ਕਲੋਜ਼ਲੀ ਪਏ ਨੇ, ਇੱਥੇ ਪਾਰਟੀਕਲਸ ਦੂਰ ਦੂਰ ਹੋ ਜਾਣਗੇ। ਇਹਦਾ ਮਤਲਬ ਕੁਝ ਉਹਦੇ ਵਿੱਚ ਡਿਸਆਰਡਰ ਜਿਹੜਾ ਇੰਟਰੋਡਿਊਸ ਹੋਇਆ। ਬਟ ਕੀ ਆ, ਜਦੋਂ ਆਪਾਂ ਇਹ ਵਾਲਾ ਕੇਸ ਲੈ ਰਹੇ ਹਾਂ ਲਿਕੁਇਡ ਤੋਂ ਵੇਪਰ ਸਟੇਟ ਦਾ, ਇਸ ਦੇ ਵਿੱਚ ਵੋਲਿਊਮ ਦੇ ਵਿੱਚ ਲਾਰਜ ਚੇਂਜ ਆ ਰਿਹਾ, the increase in volume ਜਿਹੜਾ ਕੀ ਆ ਬਹੁਤ ਜ਼ਿਆਦਾ ਇੰਕਰੀਜ਼ ਆ ਗਿਆ। ਇਟ ਮੀਨਸ ਇੱਥੇ ਜਿਹੜਾ disorder ਹੋਊਗਾ in going from liquid to vapors, that disorder is very large in comparison to this disorder. So ਇੱਥੋਂ ਆਪਾਂ conclusion ਕੱਢ ਰਹੇ ਹਾਂ ਕਿ ਜਿਹੜਾ liquid state ਹੁੰਦਾ they are not as ordered as in solid case, but at the same time liquids are not as disordered as in case of a vapor state. ठीक है, ਇਹ ਵੈਸੇ ਆਪਾਂ ਨੂੰ ਆਲਰੇਡੀ ਪਤਾ ਹੈ ਬਿਕੋਜ਼ ਇਹ ਤੁਸੀਂ +2 ਲੈਵਲ +1 ਲੈਵਲ ਦੇ ਵੀ ਸਟੱਡੀ ਕੀਤਾ ਹੋਇਆ। ਬਟ ਆਪਾਂ ਇੱਕ ਐਕਸਪੈਰੀਮੈਂਟ ਡਾਟਾ ਤੋਂ ਮੀਨਸ ਜਦੋਂ ਸੋਲਿਡ ਤੋਂ ਲਿਕੁਇਡ ਦੇ ਵਿੱਚ ਜਾਂਦੇ ਆ ਜਾਂ ਲਿਕੁਇਡ ਤੋਂ ਵੇਪਰ ਦੇ ਵਿੱਚ ਜਾਂਦੇ ਆ ਤਾਂ ਉੱਥੇ ਵੋਲਿਊਮ ਚੇਂਜ ਦੀ ਹੈਲਪ ਨਾਲ ਆਪਾਂ ਦੱਸ ਸਕਦੇ ਹਾਂ ਕਿ ਜੋ ਲਿਕੁਇਡ ਹੈਗਾ ਉਹ ਇੰਟਰਮੀਡੀਏਟ ਪ੍ਰੋਪਰਟੀ ਸ਼ੋ ਕਰਦਾ ਸੋਲਿਡ ਤੇ ਗੈਸਿਸ ਦੇ ਵਿੱਚ, ਬਿਕੋਜ਼ ਇੱਥੋਂ ਜਦੋਂ ਇਸ ਸਟੇਟ ਤੇ ਜਾਂਦੇ ਆ ਤੇ ਵੋਲਿਊਮ ਬਹੁਤ ਘੱਟ ਅਮਾਉਂਟ ਦੇ ਵਿੱਚ ਇੰਕਰੀਜ਼ ਹੋ ਰਿਹਾ। ਇਸ ਕਰਕੇ ਇੱਥੇ ਡਿਸਆਰਡਰ ਨੋ ਡਾਊਟ ਹੋਊਗਾ, ਲੇਕਿਨ ਮਤਲਬ ਲਿਟਲ ਅਮਾਉਂਟ ਆਫ ਡਿਸਆਰਡਰ ਹੋਊਗਾ। ਇੱਥੇ ਵੋਲਿਊਮ ਜ਼ਿਆਦਾ ਚੇਂਜ ਹੋ ਰਿਹਾ, ਇਸ ਕਰਕੇ ਇੱਥੇ ਡਿਸਆਰਡਰ ਜਿਹੜਾ ਹੋਊਗਾ ਉਹ ਬਹੁਤ ਜ਼ਿਆਦਾ ਹੋਊਗਾ। ਇਸ ਕਰਕੇ ਜਿਹੜਾ ਲਿਕੁਇਡ ਸਟੇਟ ਹੈ ਇਨ ਕੰਪੈਰੀਜ਼ਨ ਟੂ ਗੈਸ ਉਹ ਉਨੇ ਜ਼ਿਆਦਾ ਡਿਸਆਰਡਰ ਨਹੀਂ ਹੈਗੇ ਤੇ ਇਨ ਕੰਪੈਰੀਜ਼ਨ ਟੂ ਸੋਲਿਡ ਉਹ ਉਨੇ ਜ਼ਿਆਦਾ ਆਰਡਰ ਵੀ ਨਹੀਂ ਹੈਗੇ। ਸੋ ਇਹ ਸੀਗਾ ਫਰਸਟ ਅਪਰੋਚ ਜਿਹੜੀ ਆਪਾਂ ਲੈ ਰਹੇ ਸੀ ਸਟਰਕਚਰ ਨੂੰ ਦੱਸਣ ਵਾਸਤੇ। ਸੈਕੰਡ ਅਪਰੋਚ ਹੈ ਇਨਥੈਲਪੀ ਆਫ ਫਿਊਜ਼ਨ ਐਂਡ ਵੈਪੋਰਾਈਜੇਸ਼ਨ। So before doing this you should know what is enthalpy of fusion and what is enthalpy of vaporization.
So the amount of heat required to melt 1 mole of pure solid at its melting point, it is known as molar enthalpy of fusion. And the amount of heat required to convert required to melt 1 mole of liquid into vapor or gaseous state at the boiling point, it is known as enthalpy of vaporization. So ਇਹਨੂੰ represent ਕਰਦੇ ਆ delta H F ਦੇ ਨਾਲ। अगर pure state ਆ ਤਾਂ ਉੱਪਰ standard not use ਕਰਦੇ ਆ। ਇਹਦੇ ਲਈ ਆਪਾਂ enthalpy of vaporization ਆ ਤਾਂ delta H V use ਕਰਦੇ ਆ। ਇਹਦਾ ਮਤਲਬ pure state ਦੇ ਵਿੱਚ ਹੈਗੀ ਇਹ। ਸੋ ਇਹਦਾ ਮਤਲਬ ਇਹਦੇ ਵਿੱਚ ਇਸ ਦੇ ਬੇਸਿਸ ਤੇ ਆਪਾਂ ਸਟਰਕਚਰ ਨੂੰ ਕਿਵੇਂ ਐਕਸਪਲੇਨ ਕਰਨੇ ਆ ਤਾਂ ਉਹ ਕਹਿ ਰਿਹਾ ਕਿ ਜਦੋਂ ਆਪਾਂ ਸੋਲਿਡ ਨੂੰ ਲਿਕਵਿਡ ਦੇ ਵਿੱਚ ਕਨਵਰਟ ਕਰਦੇ ਆ ਤਾਂ ਉੱਥੇ ਜਿਹੜੀ ਹੀਟ ਚਾਹੀਦੀ ਆ ਸੌਰੀ ਇੱਥੇ ਜਿਹੜੀ ਹੀਟ ਹੁੰਦੀ ਆ this is amount of heat required, ਇੱਥੇ ਪਲੱਸ ਮਤਲਬ ਹੀਟ ਆਪਾਂ ਨੂੰ ਚਾਹੀਦੀ ਆ ਜਦੋਂ ਆਪਾਂ ਸੋਲਿਡ ਨੂੰ ਲਿਕਵਿਡ ਦੇ ਵਿੱਚ ਕਨਵਰਟ ਕਰਨਾ। ਸੋ ਇਹ ਜਿਹੜੀ ਇੱਥੇ ਆਪਾਂ ਨੂੰ ਹੀਟ ਚਾਹੀਦੀ ਆ that is enthalpy of fusion, this is smaller as compared to this which is enthalpy of vaporization। समझ गए? इट मीन सॉलिड ਨੂੰ ਲਿਕਵਿਡ ਦੇ ਵਿੱਚ ਕਨਵਰਟ ਕਰਨ ਲਈ ਆਪਾਂ ਨੂੰ ਅਮਾਉਂਟ ਆਫ ਹੀਟ ਜਿਹੜੀ ਚਾਹੀਦੀ ਹੈ ਉਹਦੀ ਅਮਾਉਂਟ ਕੀ ਹੋਗੀ is found to be smaller than the amount of heat required to convert 1 mole of liquid into vapor at the boiling point. For example, there is a data given for water. Water ਜਿਹੜਾ ਹੁੰਦਾ ਉਹ solid state ਦੇ ਵਿੱਚ ice ਦੇ ਵਿੱਚ exist ਕਰਦਾ and liquid ਦੇ ਵਿੱਚ ਤਾਂ water ਹੁੰਦਾ। ਸੋ ਉਹਦੇ ਵਿੱਚ ਆਪਾਂ ਦੇਖਦੇ ਹਾਂ ਐਕਸਪੈਰੀਮੈਂਟਲੀ ਜਿਹੜੀ enthalpy of fusion ਆ ice ਦੇ ਲਈ ਕਿੰਨੀ ਆ 6.1 and evaporation water ਦੇ ਲਈ ਕਿੰਨੀ ਆ 40.7। ਇਹਦਾ ਮਤਲਬ ਕੀ ਆ ਇਸ ਕੇਸ ਦੇ ਵਿੱਚ ਆਪਾਂ ਨੂੰ ਗ੍ਰੇਟਰ ਅਮਾਉਂਟ ਆਫ ਹੀਟ ਜਿਹੜੀ ਅਬਜ਼ੌਰਬ ਹੋ ਰਹੀ ਆ। ਇਹਦਾ ਮਤਲਬ ਇੱਥੇ ਜਿਹੜਾ ਡਿਸਆਰਡਰ ਹੈ ਉਹ ਕੀ ਹੋਇਆ ਜ਼ਿਆਦਾ ਇੰਟਰੋਡਿਊਸ ਹੋਇਆ। मींस जिथे अमाउंट ऑफ हीट आपां नूं ज़्यादा अब्जॉर्ब या ज़्यादा रिक्वायर्ड है लिक्विड नूं गैस दे विच कन्वर्ट करने लई, इस करके इत्थे जिहड़ा लार्ज डिसऑर्डर अकर्स। बट व्हेन वी मेल्ट सॉलिड इनटू लिक्विड फॉर्म देन इत्थे की आ स्मॉल अमाउंट ऑफ हीट अब्जॉर्ब्ड है, इस करके इत्थे जिहड़ा डिसऑर्डर होगा वो की होगा डिसऑर्डर इज मच smaller as compared to this disorder. So again इत्थों भी ही conclusion निकल रहा कि जो liquid है वो उन्ना ज़्यादा order नहीं हैगा जिन्ना solid case दे विच है ते उन्ना ज़्यादा disorder भी नहीं हैगा जिन्ना वो liquid case दे विच है। So ये दो approaches सीगियां। Third आपा entropy of fusion तो भी आपा जड़ा दा मतलब दस सकते हैं structure of liquids दी। So entropy of fusion की हुंदी है entropy of fusion को represent करते हैं delta S F दे नाल। ਇਹਦਾ मतलब कि किन्ना ਜਿਹੜਾ change entropy ਦੇ ਵਿੱਚ ਆ ਰਿਹਾ ਜਦੋਂ entropy of fusion ਦਾ मतलब किन्ना entropy ਦੇ ਵਿੱਚ change ਆਊਗਾ ਜਦੋਂ ਆਪਾਂ melt ਕਰਾਂਗੇ solid ਨੂੰ ਤੇ entropy of vaporization ਦਾ मतलब किन्ना entropy change ਆਊਗਾ ਜਦੋਂ ਆਪਾਂ 1 mole of liquid ਨੂੰ vaporization ਕਰਾਂਗੇ। ਸੋ ਇੱਥੇ ਵੀ ਇਹਨਾਂ ਨੇ ਕਿਹਾ ਕਿ ਜਿਹੜੀ entropy of fusion है ਉਹ ਕੀ ਹੋਗੀ lesser होगी as compared to entropy of vaporization। जिवें एग्जांपल लेती हुई है सिमिलरली वाटर दी तो entropy of fusion of ice मतलब ice की हुंदी है solid तो ਇਹਦੀ वैल्यू 22.1 ਤੇ सेम टेंपरेचर ਤੇ entropy of vaporization of water liquid state ਦੀ ਕਿੰਨੀ ਆ 109। ਸੋ ਇਹਦਾ ਮਤਲਬ ਕੀ ਆ entropy ਵੀ ਆਪਾਂ ਨੂੰ ਦੱਸਦੀ ਆ entropy ਦਾ physical significance ਤੁਸੀਂ ਪੜਿਆ ਹੋਗਾ। entropy ਦਾ physical significance ਹੈ that it tells us about the disorder in any matter, disorder in solid liquid or gas। so ਇਹਦਾ ਮਤਲਬ ਕੀ ਹੈਗਾ कि less disorder introduce ਹੋਗਾ ਜਦੋਂ solid liquid ਦੇ ਵਿੱਚ convert ਹੋਗਾ because ਉੱਥੇ ਉਹਦੀ value ਕੀ ਆ ਘੱਟ ਹੈ entropy ਦੀ। means simple ਹੈ अगर entropy S ਦੀ value increase ਕਰੂਗੀ ਤੇ ਉੱਥੇ ਕੀ ਹੋਗਾ डिसऑर्डर भी की करूगा इंक्रीज करूगा। जिथे एंट्रोपी की वैल्यू घट है उत्थे एंट्रोपी डिसऑर्डर की घट है। जिवें फ्यूजन ऑफ आइस दे विच एंट्रोपी की वैल्यू घट है इस करके उत्थे डिसऑर्डर की वैल्यू घट है एज कंपेयर टू डिसऑर्डर इन चेंजिंग फ्रॉम लिक्विड टू वेपर। सो सेम कंक्लूजन इज दैट कि liquids are not as ordered as in case of solid and liquids are not as disordered in same amount as in case of gas। So these are approaches and the last is the experimental study
from X-ray diffraction patterns. ਤੁਸੀਂ ਫਾਈਨਲ ਈਅਰ ਦੇ ਵਿੱਚ ਕੰਪਲੀਟ ਪੜ੍ਹਨੀ ਹੈ ਸਪੈਕਟ੍ਰੋਸਕੋਪੀ, ਉੱਥੇ ਤੁਹਾਨੂੰ ਪਤਾ ਚੱਲ ਜਾਊਗਾ ਕਿ ਡਾਇਫ੍ਰੈਕਸ਼ਨ ਜਿਹੜੇ ਪੈਟਰਨਸ ਨੇ ਉਹ ਕਾਹਦੇ ਲਈ ਦਿੱਤੇ ਜਾਂਦੇ ਨੇ ਤੇ ਇਹਨਾਂ ਦਾ ਯੂਜ਼ ਕੀ ਹੈ ਤੇ ਕਿਵੇਂ ਜਿਹੜੇ ਇਹਨਾਂ ਦੀ ਸਟੱਡੀ ਹੁੰਦੀ ਆ। ਇੱਥੇ ਆਪਾਂ ਜ਼ਿਆਦਾ ਡਿਟੇਲ ਨਹੀਂ ਕਰਨੀ ਬਿਕੋਜ਼ ਇੱਥੇ ਆਪਾਂ ਸਿਰਫ ਇਹੀ ਸਟੱਡੀ ਕਰਨਾ ਕਿ ਐਕਸ-ਰੇ ਡਾਇਫ੍ਰੈਕਸ਼ਨ ਦੀ ਸਟੱਡੀ ਦੇ ਨਾਲ ਕਿਵੇਂ ਜਿਹੜਾ ਲਿਕੁਇਡ ਦਾ ਬਿਹੇਵੀਅਰ ਹੁੰਦਾ ਉਹ ਸੋਲਿਡ ਤੇ ਗੈਸਿਸ ਤੋਂ ਕੀ ਹੁੰਦਾ, ਡਿਫਰੈਂਟ ਹੁੰਦਾ। But this thing you already studied in +2 class, that X-ray diffraction study. This is a technique which is based on the interference pattern produced when X-ray pass through a three-dimensional repeating pattern of atom within a crystal lattice. Means अगर कोई crystal lattice है, suppose कर लो कोई solid है, इस दे विच जदों X-rays मतलब एक्स-रेज जो थ्रू पास ਹੁੰਦੀਆਂ ਨੇ ਤਾਂ ਉਸ ਟਾਈਮ ਜਦੋਂ ਐਟਮਸ ਤੇ ਜਾਂ ਇਹਦੇ ਪਾਰਟੀਕਲਸ ਤੇ ਐਕਸ-ਰੇਜ਼ ਜਿਹੜੀਆਂ ਅਮਿਟ ਕਰਨਗੇ, ਜਦੋਂ ਆਪਾਂ ਉਹਨਾਂ ਨੂੰ ਦਵਾਂਗੇ ਐਕਸ-ਰੇਜ਼ ਤਾਂ ਉਸ ਟਾਈਮ ਉੱਥੇ ਜਿਹੜਾ ਸਕੈਟਰਿੰਗ ਪੈਟਰਨ ਅਬਟੇਨ ਹੋਊਗਾ। ਮੀਨਸ ਐਕਸ-ਰੇਜ਼ ਜਦੋਂ ਪਹਿਲਾਂ ਇਸ ਤੇ ਸਟ੍ਰਾਈਕ ਕਰਦੀਆਂ ਨੇ ਉਸ ਤੋਂ ਬਾਅਦ ਇਹਨਾਂ ਦੀ ਅਮਿਸ਼ਨ ਹੁੰਦੀ ਆ। ਸਿਮਿਲਰਲੀ ਕਿਸੇ ਹੋਰ ਐਟਮ ਤੇ ਤਾਂ ਇਦਾਂ ਉਹਦੀ ਕੀ ਹੁੰਦੀ ਆ, ਅਮਿਸ਼ਨ ਹੁੰਦੀ ਆ। ਤੇ ਇਹ ਜਿਹੜਾ ਹੁੰਦਾ ਇੱਥੋਂ ਇੱਕ ਇੰਟਰਫੇਰੈਂਸ ਪੈਟਰਨ ਬਣਦਾ। ਇੰਟਰਫੇਰੈਂਸ ਪੈਟਰਨ ਦੇ ਵਿੱਚ ਪੜਿਆ ਹੋਗਾ ਤੁਸੀਂ ਕੰਸਟਰਕਟਿਵ ਇੰਟਰਫੇਰੈਂਸ ਐਂਡ ਡਿਸਟਰਕਟਿਵ ਇੰਟਰਫੇਰੈਂਸ। ਇਟ ਮੀਨਸ ਅਗਰ ਇੱਕ ਵੇਵ ਐਵੇਂ ਦੀ ਬਣ ਰਹੀ ਆ, ਦੂਸਰੀ ਵੇਵ ਐਵੇਂ ਦੀ ਆ, ਤਾਂ ਅਗਰ ਦੋਨੋਂ ਦਾ ਸੇਮ ਹੈ ਡਾਇਰੈਕਸ਼ਨ ਵਗੈਰਾ ਤਾਂ ਦੋਨੋਂ ਮਤਲਬ ਕੰਬਾਈਨ ਕਰਕੇ ਲਾਰਜ ਮੈਗਨੀਟਿਊਡ ਬਣਾ ਦਿੰਦੀਆਂ ਨੇ। ਦਿਸ ਇਜ਼ ਕੰਸਟਰਕਟਿਵ ਇੰਟਰਫੇਰੈਂਸ। अगर एक ओपोजिट है मतलब कैस्ट ट्रफ पे मतलब रिवर्स पैटर्न होगा तो उत्थे डिस्ट्रक्टिव इंटरफेरेंस होगा, उत्थे कोई जिहड़ा पैटर्न ऑब्टेन नहीं होगा। सो सिमिलरली एक्स-रेज दी हेल्प दे नाल जदों आपां इंटरफेरेंस पैटर्न बनाउंदे आ किसी भी 3D लैटिस ते ਤਾਂ ਉਹ ਜਿਹੜਾ ਹੁੰਦਾ ਇੰਟਰਫੇਰੈਂਸ ਪੈਟਰਨ ਜਿਹੜਾ ਬਣ ਰਿਹਾ ਹੁੰਦਾ ਉਹ ਆਪਾਂ ਨੂੰ ਦੱਸਦਾ। ਇਹ ਬਹੁਤ ਇੰਪੋਰਟੈਂਟ ਹੈ, ਨੋਟ ਕਰ ਲਓ। ਦੀ ਕੈਰੈਕਟਰਿਸਟਿਕ ਇੰਟਰਫੇਰੈਂਸ ਪੈਟਰਨ ਵਿਚ ਇਜ਼ ਪ੍ਰੋਡਿਊਸਡ This tells us about the molecular structure of sample, or we can say that the characteristics pattern produced are reflective of molecular structure of sample. Means ਆਪਾਂ diffraction pattern ਜਦੋਂ ਦੇਖਦੇ ਆ ਤਾਂ ਉਸ ਤੋਂ ਆਪਾਂ ਨੂੰ ਆਈਡੀਆ ਲੱਗ ਜਾਂਦਾ ਵੀ ਉਹਦੇ ਵਿੱਚ ਕੀ ਜਿਹੜੀ ਆ ਕਿਹੜੀ state of matter ਹੈ। ਜਿਵੇਂ ਮੈਂ ਅਗਰ ਆਪਾਂ solid ਦੀ ਗੱਲ ਕਰੀਏ ਤਾਂ solid ਦੇ ਵਿੱਚ ਕੀ ਹੁੰਦੇ ਨੇ, लॉन्ग रेंज ऑर्डर ਹੁੰਦਾ। लॉन्ग रेंज ऑर्डर ਦਾ ਮਤਲਬ ਕਿ ਸੋਲਿਡ ਦੇ ਵਿੱਚ ਪਾਰਟੀਕਲਸ ਜਿਹੜੇ ਹੁੰਦੇ ਨੇ ਉਹ ਕੀ ਹੁੰਦੇ ਨੇ, ਇਹ ਪਰਫੈਕਟ ਆਰਡਰ ਦੇ ਵਿੱਚ ਅਰੇਂਜ ਹੁੰਦੇ ਨੇ। ਮਤਲਬ ਉਹਦਾ ਜਿਹੜਾ ਪੈਟਰਨ ਹੈ ਉਹ 3 ਡਾਈਮੈਂਸ਼ਨ ਦੇ ਵਿੱਚ ਪੂਰਾ ਪਰਫੈਕਟਲੀ ਆਰਡਰ ਅਰੇਂਜਮੈਂਟ ਹੋਗਾ, ਇਵਨ ਕਿ ਕ੍ਰਿਸਟਲ ਦੇ ਐਜਸ ਤੱਕ ਵੀ ਹੋਗਾ। ਇਹਨੂੰ ਲੌਂਗ ਰੇਂਜ ਆਰਡਰ ਕਹਿੰਦੇ ਨੇ। ਤਾਂ ਇਸ ਦਾ ਜਦੋਂ ਆਪਾਂ ਐਕਸ-ਰੇ ਡਾਇਫ੍ਰੈਕਸ਼ਨ ਪੈਟਰਨ ਦੇਖਦੇ ਆ ਇਧਰਲੀ ਸਾਈਡ ਆਪਾਂ ਇੰਟੈਂਸਿਟੀ ਲੈਣੇ ਆ y ਐਕਸਿਸ ਤੇ। ਇੰਟੈਂਸਿਟੀ ਕੀ ਹੁੰਦੀ ਆ, ਕੋਈ ਵੀ ਲਾਈਟ ਵੀ ਉਹਦੀ ਕਿੰਨੀ ਕੁ ਇੰਟੈਂਸ ਹੈ। ਜਿਵੇਂ ਬਲਬ ਹੁੰਦੇ ਨੇ ਨਾ, ਬਲਬ ਦੇ ਵੀ ਕਾਫੀ ਕੈਟਾਗਰੀਜ਼ ਆਉਂਦੀਆਂ ਨੇ। ਕਿਸ ਦੀ ਲਾਈਟ ਬਹੁਤ ਜ਼ਿਆਦਾ ਹੁੰਦੀ ਹੈ ਆਪਾਂ ਕਹਾਂਗੇ ਉੱਥੇ ਲਾਈਟ ਦੀ ਇੰਟੈਂਸਿਟੀ ਜ਼ਿਆਦਾ, ਕਿਸੇ ਦੀ ਘੱਟ ਹੁੰਦੀ ਹੈ ਲਾਈਟ ਦੀ, ਉੱਥੇ ਮਤਲਬ ਕਹਾਂਗੇ ਉਹਦੀ ਇੰਟੈਂਸਿਟੀ ਘੱਟ ਹੈ। ਸੋ ਜਦੋਂ ਐਕਸ-ਰੇ ਦਾ ਆਪਾਂ ਗ੍ਰਾਫ ਡਰਾ ਕਰਨਾ ਤਾਂ ਉੱਥੇ ਆਪਾਂ y ਐਕਸਿਸ ਤੇ ਇੰਟੈਂਸਿਟੀ ਲਵਾਂਗੇ, ਇਧਰਲੀ ਸਾਈਡ ਤੇ ਆਪਾਂ ਐਂਗਲ ਲਵਾਂਗੇ। ਐਂਗਲ ਇਹ ਆਪਾਂ ਤੁਸੀਂ ਡਿਟੇਲ ਆਦੀ ਨਹੀਂ ਲੈਣੀ। ਐਂਗਲ ਦਾ ਮਤਲਬ ਜਿਵੇਂ ਮੈਂ ਹੁਣੀ ਕਹਿ ਰਹੀ ਸੀ, ਜਦੋਂ ਐਕਸ-ਰੇ ਐਵੇਂ ਮਤਲਬ ਪੈਂਦੀਆਂ ਨੇ ਕਿਸੇ ਵੀ ਕ੍ਰਿਸਟਲ ਤੇ ਤਾਂ ਕਿੰਨੇ ਐਂਗਲ ਤੇ ਐਕਸ-ਰੇਜ਼ ਜਿਹੜੀਆਂ ਸਟ੍ਰਾਈਕ ਕਰਦੀਆਂ ਨੇ, ਉਹ ਜਿਹੜਾ ਐਂਗਲ ਪ੍ਰੋਡਿਊਸ ਹੁੰਦਾ ਉਹ ਜਦੋਂ ਆਪਾਂ ਇਹਦਾ ਪੈਟਰਨ ਦੇਖਦੇ ਆ, ਦੇਖੋ ਇਹਦੇ ਜਦੋਂ ਆਪਾਂ ਸੋਲਿਡ ਦਾ ਪੈਟਰਨ ਦੇਖਾਂਗੇ ਤਾਂ ਸੋਲਿਡ ਦਾ ਜਿਹੜਾ ਪੈਟਰਨ ਹੁੰਦਾ ਉਹ ਇਸ ਫਾਰਮ ਦਾ ਬਣਦਾ। This is the X-ray diffraction pattern for solid. बट जो ਆਪਾਂ गैस का पैटर्न ਲੈਣੇ ਆ ਤਾਂ गैस का पैटर्न की होगा, सिमिलरली इधर की होगी इंटेंसिटी, इस साइड की होगा एंगल थीटा। तो जो गैस का पैटर्न ਲੈਣੇ ਆ ਤਾਂ ਉਹ ਇਦਾਂ ਦਾ ਬਣਦਾ। This is X-ray diffraction pattern for gaseous state, this is for solid state. But here we are dealing with the liquid state chapter, so ਆਪਾਂ liquid state ਦੇ diffraction pattern ਤੇ ਹੀ mainly focus ਕਰਨਾ। सो ਤੁਹਾਡੀ बुक ਦੇ ਵਿੱਚ ਸਿਰਫ X-ray जो पैटर्न ਦਿੱਤਾ ਹੋਇਆ ਉਹ ਸਿਰਫ liquid ਦਾ ਦਿੱਤਾ ਹੋਇਆ। So intensity on y axis and angle on x axis,
what we observe that the diffraction pattern for liquid is something like this. ਇਹਦਾ ਮਤਲਬ ਜਦੋਂ ਆਪਾਂ ਇਹਨੂੰ ਰਫਲੀ ਪੂਰਾ ਡਿਟੇਲਸ ਨਹੀਂ ਪੜ੍ਹਦੇ ਤਾਂ ਇਹਦਾ ਜਿਹੜਾ ਡਾਇਫ੍ਰੈਕਸ਼ਨ ਪੈਟਰਨ ਹੁੰਦਾ ਜਿਹੜਾ ਮੈਂ ਡਾਟਡ ਦੇ ਨਾਲ ਡਰਾ ਕੀਤਾ ਐਵੇਂ ਦਾ ਹੁੰਦਾ ਮੀਨਸ ਅਗਰ ਇਹ ਇੱਥੇ ਜਾਊਗਾ ਹੈ ਨਾ so from this we conclude that in case of gaseous molecule this graph is like this is because gaseous molecule ਦੇ ਵਿੱਚ ਜਿਹੜਾ ਕੋਈ ਵੀ ਆਰਡਰ ਨਹੀਂ ਹੁੰਦਾ ਉਹਦੇ ਵਿੱਚ ਕੰਟੀਨਿਊਸਲੀ ਜਿਹੜਾ chaotic motion of molecules ਹੁੰਦਾ because molecules ਜਿਹੜੇ ਦੂਰ ਦੂਰ ਪਏ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਜਿਹੜਾ ਆਰਡਰ ਨਹੀਂ ਹੁੰਦਾ ਬਟ ਜਿਹੜੀ ਸਟਰਕਚਰ ਆਫ ਲਿਕਵਿਡਸ ਆਪਾਂ obtain ਕੀਤੀ ਆ ਐਕਸ-ਰੇ ਤੋਂ ਉੱਥੋਂ ਆਪਾਂ ਨੂੰ ਪਤਾ ਲੱਗਿਆ ਕਿ ਜਿਹੜੇ ਐਕਸ-ਰੇਜ਼ ਨੇ ਜਾਂ ਉਹਦਾ ਐਕਸ-ਰੇਜ਼ ਦਾ ਬਿਹੇਵੀਅਰ ਹੈ ਉਹ ਲਿਕਵਿਡਸ ਦੇ ਇੰਟੀਰੀਅਰ ਤੱਕ ਪਹੁੰਚ ਗਿਆ rather than being reflected only from the surface ਸੋ ਲਿਕਵਿਡ ਦੇ ਕੇਸ ਦੇ ਵਿੱਚ ਅਗਰ ਆਪਾਂ ਗੈਸ ਦੀ ਤਰ੍ਹਾਂ ਗੱਲ ਕਰੀਏ ਤਾਂ ਗੈਸ ਦੀ ਤਰ੍ਹਾਂ ਅਗਰ ਲਿਕਵਿਡ ਦੇ ਵਿੱਚ ਵੀ ਕੋਈ ਅਰੇਂਜਮੈਂਟ ਨਾ ਹੁੰਦਾ ਕੋਈ ਵੀ ਆਰਡਰ ਅਰੇਂਜਮੈਂਟ ਨਾ ਹੁੰਦਾ ਤਾਂ ਲਿਕਵਿਡ ਦੇ ਵਿੱਚ ਵੀ ਜਿਹੜੀ ਕੰਟੀਨਿਊਸ ਸਕੈਟਰਿੰਗ ਹੋਣੀ ਸੀ ਐਕਸ-ਰੇਜ਼ ਦੀ ਤੇ ਇਹਦੇ ਵਿੱਚ ਵੀ ਕੋਈ ਮੈਕਸਿਮਾ ਤੇ ਮਿਨੀਮਾ ਨਹੀਂ ਹੋਣਾ ਸੀ ਜਿਵੇਂ ਇੱਥੇ ਕੋਈ ਮੈਕਸਿਮਾ ਤੇ ਮਿਨੀਮਮ ਨਹੀਂ ਹੈਗਾ ਬਟ ਲਿਕਵਿਡ ਦੇ ਕੇਸ ਦੇ ਵਿੱਚ ਜਿਹੜਾ ਕੇਸ ਹੈ ਉਹ ਗੈਸ ਦੀ ਤਰ੍ਹਾਂ ਕੇਸ ਨਹੀਂ ਹੈਗਾ ਫॉर एग्जांपल ਜਿਹੜਾ ਮੈਂ ਇਹ ਪੈਟਰਨ ਡਰਾ ਕੀਤਾ ਦਿਸ ਇਜ਼ ਫॉर ਲਿਕਵਿਡ ਮਰਕਰੀ ਸੋ ਲਿਕਵਿਡ ਮਰਕਰੀ ਦੇ ਵਿੱਚ ਜਿਹੜਾ ਡਾਇਫ੍ਰੈਕਸ਼ਨ ਪੈਟਰਨ ਹੈ ਉੱਥੋਂ ਆਪਾਂ ਨੂੰ ਪਤਾ ਚੱਲ ਰਿਹਾ ਉੱਥੇ 1 2 ਜਿਹੜੇ ਮੈਕਸਿਮਾ ਉਹ ਬਣ ਰਹੇ ਨੇ स्मॉल एंगल्स से बन रहे हैं तो जो आप अवे जावांगे तो वो जो मैक्सिम है वो की है बहुत घट जाएगा मतलब थोड़ा हो जाएगा तो ओवरऑल सिर्फ यही 2 मैक्सिमा का जो इफेक्ट रहेगा सो कंक्लूजन इज दैट द लिक्विड हैव शॉर्ट रेंज ऑर्डर इंस्टेड ऑफ लॉन्ग रेंज ऑर्डर एज इन केस ऑफ सॉलिड वेयर मोर नंबर ऑफ मैक्सिमा वी कैन सी हियर सो इसका मतलब की है कि जो लिक्विड दे विच हुण कोई रिफ्लैक्ट करूगा तो एक जिवें ऐसा नंबर ऑफ पार्टिकल्स पाए हुए ने सो पार्टिकल्स दे डिस्टेंस ते डिपेंड करूगा भी 2 पार्टिकल्स दे विच कितना जेड़ा डिस्टेंस है अगर 2 पार्टिकल्स दे विच डिस्टेंस की होगा ज्यादा होगा तो पार्टिकल्स दूर दूर ने तो उदों एवें दा पैटर्न होगा सो सिमिलरली इन्हां ने जेड़ा एक रेडियल डिस्ट्रीब्यूशन फंक्शन भी जेड़ा रेडियल डिस्ट्रीब्यूशन फंक्शन भी दस्सिया होया जिस दे विच उन्हां ने ग्राफ दिता होया ਇੱਥੇ ਰੇਡੀਅਲ ਡਿਸਟ੍ਰੀਬਿਊਸ਼ਨ ਫੰਕਸ਼ਨ ਲਵਾਂਗੇ ਆਪਾਂ ਐਂਡ ਐਕਸ ਐਕਸਿਸ ਤੇ ਡਿਸਟੈਂਸ ਲਵਾਂਗੇ ਬਿਟਵੀਨ 2 ਐਟਮਸ ਤਾਂ ਉਦੋਂ ਜਿਹੜਾ ਪੈਟਰਨ ਆਊਗਾ ਇਹਦਾ ਮਤਲਬ ਕੀ ਆ ਉੱਥੇ ਜਿਹੜਾ ਪੈਟਰਨ ਆਊਗਾ ਉੱਥੇ ਕੀ ਆ ਇੱਥੇ ਇੱਕ ਪਾਰਟਿਕੂਲਰ ਡਿਸਟੈਂਸ ਤੇ ਹੀ ਜਿਹੜਾ ਮੈਕਸਿਮਾ ਅਬਟੇਨ ਹੋਊਗਾ ਸੋ ਕੋਰਸਪੋਂਡਿੰਗ ਦੈਟ ਪਾਰਟਿਕੂਲਰ ਡਿਸਟੈਂਸ ਹੀ ਜਿਹੜਾ ਇਹ ਮੈਕਸਿਮਾ ਜਿਹੜਾ ਇਹ ਬਣਨਗੇ ਸੋ ਇਹ ਸੀਗਾ ਐਕਸ-ਰੇ ਡਾਇਫ੍ਰੈਕਸ਼ਨ ਸਟੱਡੀਜ਼ Next is the structure difference between solid, liquid and gas. So this is the very important topic according to your exam point of view. And according to previous lecture and today's lecture, you can easily find out the difference between structure of solid, liquid and gas. The first is that from X-ray diffraction patterns, we have studied that the solid have well-defined maxima. And from X-ray diffraction studies, we at the same time we also find out that the liquid have only 1 and 2 well-defined maxima. After that, the maxima damped out. But the gases they do not have any maxima. And the constituent particles in case of solids they are arranged in perfect order. It means इत्थे long range order ते short range order दोनों होंगे. लिक्विड के केस में सिर्फ शॉर्ट रेंज ऑर्डर होगा उत्थे कोई लॉन्ग रेंज ऑर्डर नहीं होगा एंड गैसेस के केस दे विच नीदर शॉर्ट रेंज ऑर्डर नॉर लॉन्ग रेंज ऑर्डर एंड द थर्ड डिफरेंस इज दैट द constituent particles in case of solid they are very closely packed hence they have a strong intermolecular force of attraction and due to strong intermolecular force of attraction the solid they possesses high rigidity and they have definite volume also but in case of liquid ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ solid ਦੇ comparison liquids ਦੇ ਵਿੱਚ ਜਿਹੜੇ ਮਤਲਬ molecules ਹੁੰਦੇ ਨੇ ਉਹ small distance ਤੋਂ separate out ਹੁੰਦੇ ਨੇ although ਉਹਨਾਂ ਦੇ ਵਿੱਚ difference ਜਿਹੜਾ particles ਦੇ ਵਿੱਚ distance ਘੱਟ ਹੁੰਦਾ although ਉੱਥੇ ਵੀ ਜਿਹੜੀਆਂ force of attraction exist ਕਰਦੀਆਂ ਨੇ but ਇਹਨਾਂ ਦੀ comparison solid ਦੇ comparison liquid ਦੇ case ਦੇ ਵਿੱਚ ਜਿਹੜੀਆਂ force of attraction ਹੁੰਦੀਆਂ ਨੇ ਉਹ weaker ਹੁੰਦੀਆਂ ਨੇ but ਉਹ force of attraction ਇੰਨੀਆਂ ਕੁ strong ਹੁੰਦੀਆਂ ਨੇ ਕਿ ਜਿਹੜੇ particles ਨੇ ਉਹਨਾਂ ਨੂੰ close ਜਿਹੜੇ ਉਹ ਮਤਲਬ attract ਕਰ ਸਕਣ ਖਿੱਚ ਸਕਣ
इस करके लिक्विड दे विच फ्लूइडिटी हुंदी आ ते उन्हां दा जिहड़ा वॉल्यूम हुंदा वो डेफिनेट हुंदा बट उन्हां दी शेप डेफिनेट नहीं हुंदी। बट इन केस ऑफ गैसेस जिहड़े मॉलिक्यूल्स हुंदे ने वो लार्ज डिस्टेंस दे पए हुंदे ने, इस करके उत्थे इंटरमॉलिक्यूल फोर्स की होणगियां वीक हुंदियां ने। एज ए रिजल्ट गैस डज नॉट हैव डेफिनेट वॉल्यूम एंड दे आल्सो डोंट हैव डेफिनेट शेप। एंड नेक्स्ट इज द कंस्टिट्यूएंट पार्टिकल्स। कंस्टिट्यूएंट पार्टिकल का मतलब कि जिन्ना पार्टिकल्स तो मिलके सॉलिड जिहड़ा बनया होया। सो इत्थे जिहड़े कंस्टिट्यूएंट पार्टिकल्स ने उन्हां दे कोल कोई ट्रांसलेशन ते रोटेशनल मोशन नहीं होगा, दे हैव ओनली वाइब्रेशन मोशन। एंड लिक्विड दे केस दे विच उन्हां दे विच तीनों मोशन हुंदे ने बट सम हुंदे ने, मतलब लिटिल अमाउंट ऑफ दीज मोशंस। बट गैसेस दे केस दे विच तीनों मोशन होणगे बिकॉज गैसेस दे विच पार्टिकल्स दूर दूर पए हुए ने, उन्हां कोल फ्रीडम हुंदी है। पहला भी कैसे उन्हां कोल डिग्री ऑफ फ्रीडम, डिग्री ऑफ मूवमेंट की हुंदी है ज़्यादा हुंदी, इस करके उत्थे तीनों मोशन पाए जांदे ने। एंड इन्हां तीनों मोशन दे विच जिहड़ा डिफरेंस है दैट यू शुड नो, ट्रांसलेशन मोशन केड़ा हुंदा एंड रोटेशनल मोशन केड़ा हुंदा ते वाइब्रेशनल मोशन केड़ा हुंदा। सो ट्रांसलेशन मोशन हुंदा जिहड़ा एक मतलब जो कोई भी पार्टिकल्स मूव करदा अलोंग वन डायरेक्शन एंड अलोंग एनी कर्व्ड पोर्शन, दैट इज अ ट्रांसलेशन मोशन। एंड द रोटेशनल मोशन की हुंदा जो एक सेंटर ते कोई एक्स अज्यूम कीती है, जो कोई भी थिंग ओदे अराउंड मूव करदी है मतलब एक फिक्स डिस्टेंस तो, दैट इज रोटेशनल मोशन। फॉर एग्जाम्पल मोशन ऑफ व्हील, मोशन ऑफ व्हील या जो आप कितने सर्कस वगैरह तुसीं देखते होंगे उत्थे मोटरसाइकिल मतलब चल रहे होंगे ने एवें सेंटर दे अराउंड, दैट इज आल्सो रोटेशनल मोशन। मोशन ऑफ व्हील इज आल्सो अ रोटेशनल मोशन। एंड क्लॉक दे विच अगर आप देखते हैं, क्लॉक दे विच जिहड़ी हुंदी आ आवर्स मिनट वाली हैंड्स वो भी इदां रोटेट करदियां रहिंदियां ने, दैट इज आल्सो इन अ रोटेशनल मोशन। एंड वाइब्रेशनल मोशन की हुंदा, वाइब्रेशन मोशन का मतलब होता है बैक एंड फोर्थ या फिर बैक एंड फ्रो या फिर लैफ्ट राइट जिहड़ा मोशन हुंदा, जिवें पेंडुलम का मोशन हुंदा उहदे च सेंटर वाली अज्यूम की जाती है। मतलब पेंडुलम की है एक बार इधर जाता, एक बार की है इस साइड जाता। सो इदां जिहड़ा मोशन हुंदा मतलब एक फिक्स्ड लाइन दे राउंड हुंदा, दैट इज वाइब्रेशनल मोशन। सो इदां ये जिहड़ा गैस हुंदा उहदे च पार्टिकल्स दूर दूर पए हुंदे ने तो उन्हां कोल तीनों जिहड़े मोशंस होणगे एंड लार्ज अमाउंट होणगे। नेक्स्ट इज डेंसिटी। डेंसिटी इज अंडरस्टूड बिकॉज सॉलिड दे जिहड़े पार्टिकल्स हुंदे ने बहुत क्लोजली पैक्ड हुंदे ने एंड परफेक्टली ऑर्डर अरेंजमेंट्स हुंदे ने, इस करके सॉलिड की जिहड़ी डेंसिटी होगी वो ज़्यादा होगी एंड जो लिक्विड की डेंसिटी होगी वो सॉलिड के कंपैरिजन तक घट होगी बट गैस के कंपैरिजन ज़्यादा होगी। ये कह सकते हैं कि जो लिक्विड की डेंसिटी इंटरमीडिएट डेंसिटी होगी बिटवीन सॉलिड एंड गैस, ते गैस की डेंसिटी सब तो की होगी लो होगी। दैट्स इट फॉर टुडेज लेक्चर।